कुल मामले दिल्ली पुलिस वालों किन्ने नौजवानों ते या बजुर्गों ते पाए गए सी ते हुण तक किन्नियां दी जमानत हो चुकी है। 121 कल रात तक बाहर आ चुके ने, बाकी भी बाहर ले आवांगे। जदों भी कोई जमानत हुंदी है सीसा साहब हुणी उत्थे जरूर खड़े पाए जाते हैं, उन्हां दा रोल तुसीं किवें देखदे हो? 150 वकील ने ਜਿਹੜੇ ਇਕੱਲੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨਾਲ ਹੀ ਨਹੀਂ ਹੈਗੇ, ਅਲੱਗ-ਅਲੱਗ ਥਾਵਾਂ ਤੇ ਅੱਗੇ ਆਏ ਹੈਗੇ ਨੇ ਜਿਹੜੇ ਐਸਕੇਐਮ ਨਾਲ ਸੰਯੁਕਤ ਕਿਸਾਨ ਮੋਰਚੇ ਨਾਲ ਮਿਲ ਕੇ ਕੰਮ ਕਰ ਰਹੇ ਨੇ। ਇੱਕ ਪੈਸਾ ਨਹੀਂ ਉਹਨਾਂ ਨੇ ਕਿਸੇ ਤੋਂ ਲਿੱਤਾ, ਪਰ ਕੁਝ ਲੋਕ ਹੈਗੇ ਨੇ ਜਿਹੜੇ ਇਸ ਨਾਂ ਹੇਠ ਵੀ ਪੈਸਾ ਇਕੱਠਾ ਕਰ ਰਹੇ ਨੇ। ਸਾਡੇ ਨੋਟਿਸ 'ਚ ਆਇਆ, ਉਹਨਾਂ ਨੂੰ ਅਸੀਂ ਬਹਿ ਕੇ ਕਿਹਾ ਵੀ ਭਾਈ ਇਹ ਬੰਦ ਕਰੋ। जे सरकार नूं या दिल्ली पुलिस नूं मौका मिलिया है परचे पाण दा या गिरफ्तारियां करन दा, वो 25 तरीक की रात नूं जदों स्टेज कैप्चर होया है उत्थे वो सारा विढ़िया गया सी। 25-26 ਦੀਆਂ ਘਟਨਾਵਾਂ ਨੇ ਇਸ ਅੰਦੋਲਨ ਨੂੰ ਸੱਟ ਤਾਂ ਮਾਰੀ ਬਿਨਾਂ ਸ਼ੱਕ। ਜਿਹੜੇ ਬਜ਼ੁਰਗ 31 ਦਸੰਬਰ 2020 ਨੂੰ ਮੈਂ ਕਹਾਂਗਾ ਕਿ ਸਵਰਗ ਸਿਧਾਰ ਗਏ ਹੈ, ਉਹਨਾਂ ਨੂੰ ਇਹ 26 ਤਰੀਕ ਦੀ ਘਟਨਾ ਦੇ ਲਈ ਨੋਟਿਸ ਕਰ ਰਹੇ ਨੇ। ਦੱਸੋ ਇੰਨਾ मतलब कि ਕਿਹੜੇ ਸਿਸਟਮ ਚੋਂ ਇਹ ਕੱਢਦੇ ਹੋਣਗੇ, ਇਹ ਡਾਟਾ ਕੱਢਦੇ ਕਿੱਥੋਂ ਹੈ? ਇਹ ਮਜ਼ਾਕ ਹੈ, ਇਹ ਨਿਆਂ ਦਾ ਮਜ਼ਾਕ ਹੈ। ਦਿੱਲੀ ਪੁਲਿਸ ਇਹੀ ਕੁਝ ਕਰ ਰਹੀ ਹੈ ਔਰ ਪੁਲਿਸ ਗਵਰਨਮੈਂਟ ਦੇ ਡਾਇਰੈਕਸ਼ਨ ਹੇਠ ਕੰਮ ਕਰ ਰਹੀ ਹੈ। ਭਾਜਪਾ ਅਸਲ 'ਚ ਐਕਸਪੋਜ਼ ਹੈ। ਭਾਜਪਾ ਇਸ ਮਾਮਲੇ 'ਚ ਦੇਸ਼ ਦੇ ਲੋਕਾਂ ਨਾਲ ਧਰੋਕ ਮਾਰ ਰਹੀ ਹੈ। किसानी मोर्चा दिनां दा सैकड़ा पार कर चुका है, पर असीं ये भी जानते हाँ कि 26 जनवरी तो बाद सैकड़े नौजवान दिल्ली पुलिस की कैद विच ने। द खबरसार चैनल देख रहे सारे ही दर्शकों का स्वागत है। मैं हाँ तुहाडे नाल ठाकुर अमनदीप सिंह। अज चंडीगढ़ दे विच संयुक्त किसान मोर्चा की लीगल टीम वालों एक प्रैस कॉन्फ्रेंस की गई है। जरूरी भी सी, क्योंकि कई लोग अजिहे ने जो ये जानना चाहते सी भी असल दे विच जिहड़ी लीगल टीम है संयुक्त किसान मोर्चे की वो काम किवें कर रही है, तो इस वेले किन्ने क नौजवान जेलों विच ने, जमानतां किन्नियां दियां होईयां ने, ते किहड़ी धारा लाई गई है जिहड़ियां नहीं लगनियां चाहीदियां सी। स्वागत करांगे साडे नाल एडवोकेट रमिंदर सिंह जी ने। सर बहुत स्वागत है ते खबरसार ते। धन्यवाद वीर जी, शुक्रिया बहुत बहुत। सर शुरुआत असीं इत्थों ही करांगे भी कुल मामले दिल्ली पुलिस वालों किन्ने नौजवानों ते या बजुर्गों ते पाए गए सी ते हुण तक किन्नियां दी जमानत हो चुकी है? ਭਾਜੀ 151 ਜਿਹੜੇ ਕਿਸਾਨ ਨੇ ਉਹ ਦਿੱਲੀ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਨੇ। ਜ਼ਿਆਦਾ ਹਿੱਸਾ ਤਿਹਾੜ ਜੇਲ੍ਹ 'ਚ ਬੰਦ ਹੈ ਜੀ, ਤੇ ਰੋਣੀ ਦੇ ਵਿੱਚ 12 ਕਿਸਾਨ ਬੰਦ ਸੀਗੇ। ਤੋਂ ਇਸ ਦੇ ਵਿੱਚ 26 ਤੋਂ ਬਾਅਦ ਤੇ 26 ਤੋਂ ਬਾਅਦ ਦੀਆਂ ਘਟਨਾਵਾਂ ਦੇ ਵਿੱਚ 31 ਤੱਕ ਇਹ ਸਾਰੇ ਸਮੇਂ ਦੌਰਾਨ FIRs ਜਿਹੜੀਆਂ ਰਜਿਸਟਰ ਹੋਈਆਂ ਉਹ ਸੀਗੀਆਂ। ਗ੍ਰਿਫਤਾਰੀਆਂ ਮਗਰੋਂ ਵੀ ਨੇ। ਗ੍ਰਿਫਤਾਰੀਆਂ ਨੌਰਥ ਕੋਤਵਾਲੀ ਹੈ ਜਿਹੜਾ ਦਿੱਲੀ ਲਾਲ ਕਿਲੇ ਦਾ ਨਾਲ ਸੰਬੰਧਿਤ ਘਟਨਾਵਾਂ 'ਚ ਮਗਰੋਂ ਵੀ ਗ੍ਰਿਫਤਾਰੀਆਂ ਹੋਈਆਂ ਨੇ। ਇਸ ਤਰ੍ਹਾਂ ਕੁੱਲ ਮਿਲਾ ਕੇ 151 ਕਿਸਾਨ ਵੀਰ ਅੰਦਰ ਨੇ ਔਰ ਉਹਨਾਂ 'ਚੋਂ 134 ਦੀ ਜ਼ਮਾਨਤ ਹੈ ਜਿਹੜੀ ਅੱਜ ਤੱਕ ਉਹ 12 ਵਜੇ ਤੱਕ ਮੈਂ ਕਹਿ ਸਕਦਾ ਕਿ ਉਹ ਮਨਜ਼ੂਰ ਹੋ ਚੁੱਕੀ ਹੈ। 121 ਕੱਲ ਰਾਤ ਤੱਕ ਬਾਹਰ ਆ ਚੁੱਕੇ ਨੇ, ਬਾਕੀ ਵੀ ਬਾਹਰ ਲੈ ਆਵਾਂਗੇ। बिल्कुल। अच्छा, DSG MC जी हैगी है मनजिंदर सिंह सिरसा होना दा रोल की है कि क्योंकि जदों भी कोई जमानत होंदी है सिरसा साहब होनी उत्थे जरूर खड़े पाए जाते हैं, उन्हां दा रोल तुसीं किवें देखते हो? मैं टोटैलिटी ਦੇ ਵਿੱਚ ਦੱਸਦਾ ਵੀ ਅਸੀਂ ਕਿਵੇਂ ਕੀਤਾ ਹੈਗਾ, ਉਹਦੇ 'ਚ ਉਹਨਾਂ ਦਾ ਰੋਲ ਵੀ ਆਊਗਾ। ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਤਾਂ ਕੁਝ ਵਕੀਲ ਸਾਹਿਬਾਨ ਜਿਨ੍ਹਾਂ 'ਚ ਰਜਿੰਦਰ ਸਿੰਘ ਚੀਮਾ ਜੀ ਵੀ ਨੇ, ਉਹਨਾਂ ਦੇ ਕੁਝ ਜੂਨੀਅਰਸ ਦਿੱਲੀ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਕੰਮ ਕਰਦੇ ਸੀ, ਤਾਂ ਉਹਨਾਂ ਨੇ ਇਹਨਾਂ ਵਕੀਲਾਂ ਦੀ ਟੀਮ ਇਕੱਠੀ ਕਰੋ। ਉਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਿੰਗ ਕਮੇਟੀ ਨੇ ਵੀ ਆਪਣਾ ਲੀਗਲ ਪੈਨਲ ਇੱਕ ਬਣਾਇਆ, ਮਨਜਿੰਦਰ ਸਿੰਘ ਸਰਸਾ ਹੋਣਾ ਨੇ। ਇਸ ਤੋਂ ਇਲਾਵਾ ਕੁਝ ਹੋਰ ਵਕੀਲ ਵੀ ਅੱਗੇ ਆਏ ਵੀ ਅਸੀਂ ਮਦਦ ਕਰਨਾ ਚਾਹੁੰਦੇ ਹਾਂ। ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਆਪਣਾ ਲੀਗਲ ਸੈੱਲ ਬਣਾਇਆ ਤਾਂ ਉਹਨਾਂ ਨੇ ਸਾਡੇ ਨਾਲ ਕੰਟੈਕਟ ਕਰਨਾ ਸ਼ੁਰੂ ਕੀਤਾ, ਤਾਂ ਅਸੀਂ ਉਹ ਸਾਰੇ ਨੂੰ ਇਕੱਠਾ ਕਰਨ ਦੇ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇੱਕ ਮੀਟਿੰਗ ਹੈ ਜਿਹੜੀ ਕਾਲ ਕੀਤੀ। ਹਾਂ, ਮਨਜਿੰਦਰ ਸਿੰਘ ਸਿਰਸਾ ਹੋਣਾ ਦਾ ਇਹ ਹੈ ਕਿ ਉਹਨਾਂ ਨੇ ਆਪਣਾ ਪੈਨਲ ਵੀ ਸਾਡੇ ਹਵਾਲੇ ਕੀਤਾ। ਉਹਨਾਂ ਨੇ ਇਸ ਤੋਂ ਇਲਾਵਾ ਗੁਰੂ ਘਰ ਰਕਾਬਗੰਜ ਵਿਖੇ ਆਪਣਾ ਸਾਰਾ ਆਫਿਸ ਸਾਡੇ ਹਵਾਲੇ ਕਰ ਦਿੱਤਾ। ਇੱਕ ਕਿਸਮ ਨਾਲ ਇਹ ਕਾਫੀ ਵੱਡੀ ਮਦਦ ਸੀਗੀ ਔਰ ਉੱਥੋਂ ਬੈਠ ਕੇ ਅਸੀਂ ਇਸ ਸਾਰੇ ਨੂੰ ਕੋਆਰਡੀਨੇਟ ਕਰਕੇ ਤੇ ਸਟੈਪ ਬਾਈ ਸਟੈਪ
ਕਦਮ ਮਿਲਾ ਕੇ ਕੰਮ ਕਰਨ 'ਚ ਸਫਲ ਹੋਏ। 150 ਵਕੀਲ ਨੇ ਜਿਹੜੇ ਇਕੱਲੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨਾਲ ਹੀ ਨਹੀਂ ਹੈਗੇ, ਅਲੱਗ-ਅਲੱਗ ਥਾਵਾਂ ਤੇ ਅੱਗੇ ਆਏ ਹੈਗੇ ਨੇ, ਪਰ ਉਹਨਾਂ ਨੂੰ ਕੋਆਰਡੀਨੇਟਡ ਐਫਰਟ ਦੇ ਰੂਪ ਵਿੱਚ ਉਹਨਾਂ ਦਾ ਜਿਹੜਾ ਸਾਨੂੰ ਆਫਿਸ ਦਿੱਤਾ ਉਹਨਾਂ ਨੇ ਹਵਾਲੇ ਕੀਤਾ, ਈਵਨ ਆਪਣਾ ਸਟਾਫ ਵੀ ਉਹਨਾਂ ਨੇ ਹਵਾਲੇ ਕਰ ਦਿੱਤਾ। ਤਾਂ ਉਸ ਰਾਹੀਂ ਅਸੀਂ ਚਲਾਉਣ 'ਚ ਕਾਮਯਾਬ ਹੋ ਗਏ, ਔਰ ਇਸ ਗੱਲ ਲਈ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਵੀ ਹਾਂ ਕਿ ਇਹ ਕਾਫੀ ਇੰਪੋਰਟੈਂਟ ਹੈਲਪ ਸੀਗੀ। ਔਰ ਇਸ ਹੈਲਪ ਦੇ ਨਾਲ ਮਤਲਬ ਬਹੁਤ ਸਾਰੀਆਂ ਸੰਸਥਾਵਾਂ ਇਸ 'ਚ ਲੱਗੀਆਂ ਹੋਈਆਂ ਨੇ। ਤਾਂ ਜਦੋਂ ਰਿਹਾ ਕਰਾਉਣ ਜਾਂਦੇ ਆ ਤਾਂ ਬਹੁਤ ਸਾਰੇ ਉੱਦਾਂ ਦੇ ਵਕੀਲ ਵੀ ਹੁੰਦੇ ਨੇ, ਸਿਰਸਾ ਸਾਹਿਬ ਵੀ ਹੁੰਦੇ ਨੇ, ਉਹ ਸੰਸਥਾਵਾਂ ਵੀ ਹੁੰਦੀਆਂ, ਸੰਯੁਕਤ ਮੋਰਚੇ ਦੇ ਆਗੂ ਵੀ ਹੁੰਦੇ ਨੇ। ਤੋ ਐ ਵੀ ਉਹ ਕਿਉਂਕਿ ਪ੍ਰੋਮੀਨੈਂਟ ਫਿਗਰ ਹੈ, ਇਸ ਕਰਕੇ ਕਈ ਵਾਰੀ ਮੀਡੀਆ ਅਟੈਂਸ਼ਨ ਜ਼ਿਆਦਾ ਉੱਧਰ ਨੂੰ ਹੋ ਜਾਂਦੀ ਹੈ, ਬਾਕੀ ਹਾਲੇ ਉਹਨੇ ਨਹੀਂ ਆਉਂਦੀ। ਮੀਡੀਆ ਅਟੈਂਸ਼ਨ ਲੈਣੀ ਵੀ ਆਉਂਦੀ ਹੈ ਉਹਨਾਂ ਨੂੰ। ਚਲੋ ਐ ਤਾਂ ਫਿਰ ਹੁਣ ਇੰਨਾ ਕੁ ਤਾਂ ਕੋਈ ਬੰਦਾ ਕਰਦਾ ਹੀ ਹੁੰਦਾ। ਹੁਣ ਸਾਡੇ ਨਾਲ ਹਰਪਾਲ ਸਿੰਘ ਜੀ ਆਏ ਨੇ BKU ਚੜੂਨੀ ਤੋਂ ਜੀ, ਤੋਂ ਵੱਡੇ ਕਿਸਾਨ ਲੀਡਰ ਜਿਹੜੇ ਆਪਣੇ ਕੰਮਾਂ 'ਚ ਰੁੱਝੇ ਹੋਏ ਸੀ, ਤੇ ਨੈਚੁਰਲੀ ਉਹ ਜਿਹੜੇ ਫੇਸ ਨਹੀਂ ਸੀਗੇ ਉਹਨਾਂ ਨੇ ਮੂਹਰੇ ਆਉਣਾ ਸੀਗਾ। ਤਾਂ ਉਹ ਫੇਸਸ ਨੂੰ ਜਦੋਂ ਜ਼ਿੰਮੇਵਾਰੀ ਦਿੱਤੀ ਗਈ, ਮੈਂ ਸਮਝਦਾ ਵੀ ਜੇ ਉੱਥੇ ਉਸੇ ਟਾਈਮ ਰਾਜੇਵਾਲ ਸਾਹਿਬ ਜਾਂ ਡੱਲੇਵਾਲ ਸਾਹਿਬ ਜਾਂ ਚੜੂਨੀ ਜੀ ਖੜੇ ਹੋਣ ਤਾਂ ਤੁਹਾਡੇ ਲਈ ਬਰਾਬਰ ਦੀ ਜਿਹੜੀ ਪੋਜੀਸ਼ਨ ਹੋ ਜਾਏਗੀ। ਪਰ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ, ਔਰ ਬਾਕੀ ਸਾਰੀਆਂ ਸੰਸਥਾਵਾਂ ਔਰ ਸਾਰੇ ਵਕੀਲਾਂ ਦੇ ਜਿਨ੍ਹਾਂ ਨੇ 24x7 ਨਿਸ਼ਕਾਮ ਦਿਨ ਰਾਤ ਇੱਕ ਕੀਤਾ ਹੈਗਾ। ਸਭ ਤੋਂ ਵੱਡਾ ਧੰਨਵਾਦ ਉਹਨਾਂ ਵਕੀਲ ਮਿੱਤਰਾਂ ਦਾ ਸਾਰਿਆਂ ਦਾ, ਜਿਨ੍ਹਾਂ ਨੇ ਆਪਣੇ ਕੋਲੋਂ ਵੀ ਖਰਚ ਕਰਕੇ ਇਸ 'ਚ ਕੀਤਾ, ਉਹਨਾਂ ਨੇ ਇੱਕ ਪੈਸਾ ਨਹੀਂ ਲਿੱਤਾ। ਔਰ ਤੁਹਾਡੇ ਰਾਹੀਂ ਹੀ ਮੈਂ ਦੱਸਣਾ ਚਾਹੁੰਦਾ ਵੀ ਫਿਰ ਵੀ ਕੁਛ ਲੋਕ ਐਸੇ ਨੇ ਜਿਹੜੇ ਇਸ ਨਾਂ ਹੇਠ, ਦਿੱਲੀ ਸਿੱਖ ਗੁਰਦੁਆਰਾ ਮੈਨੇਜਿੰਗ ਕਮੇਟੀ ਨੇ ਕੁਛ ਨਹੀਂ ਲਿੱਤਾ, ਵਕੀਲ ਸਾਹਿਬਾਨਾਂ ਨੇ ਕੁਛ ਨਹੀਂ ਲਿੱਤਾ, ਜੇ ਕੋਈ ਹੋਰ ਸੰਸਥਾਵਾਂ ਦੇ ਵਕੀਲ ਆਏ ਉਹਨਾਂ ਨੇ ਕੁਛ ਨਹੀਂ ਲਿੱਤਾ, ਜਿਹੜੇ SKM ਨਾਲ ਸੰਯੁਕਤ ਕਿਸਾਨ ਮੋਰਚੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਇੱਕ ਪੈਸਾ ਨਹੀਂ ਉਹਨਾਂ ਨੇ ਕਿਸੇ ਤੋਂ ਲਿੱਤਾ। ਪਰ ਕੁਛ ਲੋਕ ਹੈਗੇ ਨੇ ਜਿਹੜੇ ਇਸ ਨਾਂ ਹੇਠ ਵੀ ਪੈਸਾ ਇਕੱਠਾ ਕਰ ਰਹੇ ਨੇ, ਸਾਡੇ ਨੋਟਿਸ 'ਚ ਆਇਆ, ਉਹਨਾਂ ਨੂੰ ਅਸੀਂ ਬਹਿ ਕੇ ਕਿਹਾ ਵੀ ਭਾਈ ਇਹ ਬੰਦ ਕਰੋ, ਠੀਕ ਹੈ, ਇਹ ਨਹੀਂ ਹੋਣਾ ਚਾਹੀਦਾ। ਪਰ ਫਿਰ ਵੀ ਹਾਲੇ ਕੁਛ ਲੋਕ ਲੱਗੇ ਹੋਏ ਨੇ, ਉਹ ਕਿਸਾਨ ਅੰਦੋਲਨ ਦੇ ਨਾਮ ਤੇ ਇਹ ਧੰਦਾ ਹੀ ਚਲਾ ਰਹੇ ਨੇ, ਇਸ ਤੋਂ ਵੱਧ ਕੇ ਹੋਰ ਕੁਛ। ਕਿਉਂਕਿ ਇੱਦਾਂ ਦਾ ਮਾਮਲਾ, ਮੈਂ ਸਵਾਲ ਮੇਰਾ ਕੁਛ ਹੋਰ ਸੀ ਲੇਕਿਨ ਤੁਸੀਂ ਗੱਲ ਛੇੜੀ, ਇੱਦਾਂ ਦਾ ਮਾਮਲਾ ਇੱਕ ਕੈਨੇਡਾ ਤੋਂ ਵੀ ਸਾਹਮਣੇ ਆਇਆ ਹੈ। ਕੋਈ ਰੇਡੀਓ ਵਾਲੇ ਨੇ, ਉਹ ਸ਼ਹੀਦ ਪਰਿਵਾਰਾਂ ਦੇ ਨਾਂ 'ਤੇ ਕਰੋੜਾਂ ਰੁਪਇਆ ਇਕੱਠਾ ਕਰ ਚੁੱਕੇ ਨੇ, ਜੋ ਉਹਨਾਂ ਨੇ ਐਡਮਿਟ ਵੀ ਕੀਤਾ ਹੈ। ਅਤੇ ਸਾਡੀ ਕੁਝ ਪਰਿਵਾਰਾਂ ਨਾਲ ਗੱਲ ਵੀ ਹੋਈ ਹੈ। ਸਰਦਾਰ ਮੇਵਾ ਸਿੰਘ ਜੀ 11ਵੇਂ ਨੰਬਰ ਦੇ ਸ਼ਹੀਦ ਸੀਗੇ, ਪਹਿਲੇ ਮਜ਼ਦੂਰ ਸ਼ਹੀਦ ਸੀ, ਟਿੱਕਰੀ ਬਾਰਡਰ ਦੇ ਉਹਨਾਂ ਦੀ ਸ਼ਹੀਦੀ ਹੋਈ ਸੀ। ਅਤੇ ਉਹਨਾਂ ਦੇ ਬੇਟੇ ਨਾਲ ਕੱਲ੍ਹ ਮੁਲਾਕਾਤ ਵੀ ਹੋਈ ਸਾਡੀ। ਉਹਨਾਂ ਨੇ ਕਿਹਾ ਵੀ ਸਾਨੂੰ ਉਹਨਾਂ ਨੇ ਲਾਰਾ ਵੀ ਲਾਇਆ, ਸਾਨੂੰ ਰੇਡੀਓ 'ਤੇ ਲਿਆ ਵੀ, ਅਤੇ ਬਾਅਦ 'ਚ ਫੋਨ ਚੱਕਣੋਂ ਵੀ ਗਏ ਉਹ, ਅਤੇ ਉਹ ਐਡਮਿਟ ਕਰਦੇ ਨੇ ਕਿ ਕਰੋੜਾਂ ਰੁਪਇਆ ਮੈਂ ਇਕੱਠਾ ਕਰ ਚੁੱਕਾ, 1.5 ਕਰੋੜ ਰੁਪਇਆ ਇਕੱਠਾ ਹੋ ਚੁੱਕਾ ਹੈ। ਦੇਖੋ ਭਾਜੀ, ਇਸ ਮਾਮਲੇ 'ਚ ਜਿਹੜੀ ਸੰਸਥਾ ਨੇ ਸਾਡੇ ਨਾਲ ਸ਼ਹੀਦ ਪਰਿਵਾਰਾਂ ਨੂੰ ਕੁਛ ਸਹਾਇਤਾ ਦੇਣ ਲਈ ਸੰਪਰਕ ਕੀਤਾ, ਜਿਹੜੀ ਸਿੰਘੂ ਬਾਰਡਰ 'ਤੇ ਕੈਸ਼ ਕਮੇਟੀ ਬੈਠਦੀ ਹੈ, ਜਿਹੜਾ ਕੋਈ ਇਸ ਮਾਮਲੇ 'ਚ ਹੈਲਪ ਕਰਨ ਲਈ ਆਇਆ, ਬਕਾਇਦਾ ਰੂਪ 'ਚ ਉਹਨਾਂ ਦਾ ਐਡਰੈਸ ਅਤੇ ਉਹਨਾਂ ਦੇ ਸਾਰੇ ਕੰਟੈਕਟ ਨੋਟ ਕੀਤੇ ਨੇ ਅਸੀਂ, ਠੀਕ ਵੀ, ਤਾਂ ਜੋ ਉਹਨਾਂ ਨੂੰ ਜਦੋਂ ਹੀ ਇਹ ਸਾਰੀ ਐਕਸਟੈਂਡ ਕੀਤੀ ਜਾਊਗੀ ਮਦਦ, ਤਾਂ ਅਸੀਂ ਉਹ ਲਿਸਟ ਪ੍ਰੋਵਾਈਡ ਕਰਾਵਾਂਗੇ। ਸਾਡੀ ਇਹੀ ਮਨਸ਼ਾ ਸੀਗੀ ਵੀ ਕਈ ਵਾਰੀ ਇਹ ਹੁੰਦਾ ਵੀ ਕਿਸੇ ਪਰਿਵਾਰ ਨੂੰ ਬਹੁਤ ਜ਼ਿਆਦਾ ਹੈਲਪ ਹੋ ਜਾਂਦੀ ਹੈ, ਕੋਈ ਪਿੱਛੇ ਰਹਿ ਜਾਂਦਾ ਹੈਗਾ, ਵੀ ਸਭ ਨੂੰ ਇਕੁਅਲੀ ਹੋ ਜਾਏ। ਔਰ ਜਿਹੜੀਆਂ ਉਹ ਸੰਸਥਾਵਾਂ ਆਈਆਂ ਸੀ ਉਹਨਾਂ ਨੂੰ ਇਹ ਕਿਹਾ ਵੀ ਤੁਹਾਨੂੰ ਸਿੱਧਾ ਕੁਛ ਹੀ ਦੇਵਾਂਗੇ, ਸਿੱਧੀ ਮਦਦ ਕਰਿਓ। ਉਸ 'ਚ ਸੰਯੁਕਤ ਕਿਸਾਨ ਮੋਰਚਾ ਤੁਹਾਡੇ ਤੇ ਸ਼ਹੀਦ ਪਰਿਵਾਰਾਂ ਦੇ ਵਿਚਕਾਰ ਨਹੀਂ ਆਊਗਾ, ਠੀਕ ਹੈ। ਇਸ ਮਾਮਲੇ 'ਚ ਦਲਜੀਤ ਦੋਸਾਂਝ ਹੋਣੀ ਵੀ ਮਦਦ ਦਾ ਐਲਾਨ ਕਰਕੇ ਗਏ ਸੀ। ਕਈ ਲੋਕਾਂ ਨੂੰ ਲੱਗਦਾ ਵੀ ਇੰਨੀ ਮਦਦ ਆ ਗਈ, ਉਹ ਉਹਨਾਂ ਨੇ ਸ਼ਹੀਦ ਕਿਸਾਨ ਪਰਿਵਾਰਾਂ ਲਈ ਕੀਤੀ ਸੀ, ਉਹ ਸਾਡੇ ਨੋਟਿਸ 'ਚ ਹੈਗੀ ਆਲਰੇਡੀ। ਜਦੋਂ ਇਹ ਐਜੀਟੇਸ਼ਨ ਮੁੱਕਣੀ ਹੈ ਉਦੋਂ ਹੀ ਸਾਰੇ ਸ਼ਹੀਦਾਂ ਦੀ ਲਿਸਟ ਹੈ ਪ੍ਰੋਪਰ ਸਾਰੀ, ਉਦੋਂ ਸਾਹਮਣੇ ਆਉਣੀ ਹੈ। ਹਾਲੇ ਤਾਂ ਲਗਾਤਾਰ ਸ਼ਹੀਦੀਆਂ ਹੋ ਰਹੀਆਂ ਨੇ, 200 ਤੋਂ ਉੱਪਰ ਕਿਸਾਨ ਹੈ ਜਿਹੜਾ ਉਹ ਸ਼ਹੀਦ ਹੋ ਚੁੱਕਾ ਹੈ, ਨਵਰੀਤ ਸਿੰਘ ਸਮੇਤ ਇਸ ਮਾਮਲੇ 'ਚ। ਔਰ ਹਾਲੇ ਤੱਕ ਕਿਸਾਨ ਮੋਰਚਾ ਨੇ, ਸੰਯੁਕਤ ਕਿਸਾਨ ਮੋਰਚਾ ਨੇ ਸਿਰਫ ਇੱਕੋ ਸ਼ਹੀਦ ਪਰਿਵਾਰ ਲਈ ਕੋਈ ਮੋਨੀਟਰੀ ਹੈਲਪ ਜਿਹੜੀ ਉਹ ਦਿੱਤੀ ਹੈ, ਉਹ ਨਵਰੀਤ ਸਿੰਘ ਦਾ ਪਰਿਵਾਰ ਹੈ। ਬਾਕੀਆਂ ਨੂੰ ਨਹੀਂ ਹਾਲੇ ਅਸੀਂ ਕੁਛ ਵੀ ਕੀਤਾ ਹੈਗਾ। ਸੰਸਥਾਵਾਂ ਆਪਣੇ ਪੱਧਰ 'ਤੇ ਕਰ ਰਹੀਆਂ ਨੇ, ਪਰ ਅਸੀਂ SKM ਵੱਲੋਂ ਇਹ ਫੈਸਲਾ ਕੀਤਾ ਹੋਇਆ ਕਿ ਜੋ ਫੰਡ ਸਾਡੇ ਕੋਲੇ ਆਏਗਾ, ਜੋ ਇਹ ਸਾਰੇ ਖਰਚੇ ਕਰਨ ਤੋਂ ਬਾਅਦ, ਉਹ ਸਾਰਾ ਸ਼ਹੀਦ ਪਰਿਵਾਰਾਂ 'ਚ ਇਕੁਅਲੀ ਡਿਸਟਰੀਬਿਊਟ ਕੀਤਾ ਜਾਊਗਾ। ਔਰ ਉਹ ਲਿਸਟ ਆਨਲਾਈਨ ਅਸੀਂ ਅਪਡੇਟ ਵੀ ਕੀਤੀ ਹੋਈ ਹੈ। ਅਸੀਂ ਦੂਜੀਆਂ ਸੰਸਥਾਵਾਂ ਨੂੰ ਇਹ ਕਹਾਂਗੇ ਜਿਹੜੀਆਂ ਕੋਈ ਇਸ ਤਰ੍ਹਾਂ ਸ਼ਹੀਦ ਪਰਿਵਾਰਾਂ ਦੀ ਮਦਦ ਕਰਨਾ ਚਾਹੁੰਦੀਆਂ ਨੇ, ਕਿ ਇਸ ਮਾਮਲੇ ਦੇ ਵਿੱਚ ਉਹ ਲਿਸਟ ਲੈ ਕੇ ਇਕੁਅਲੀ ਡਿਸਟਰੀਬਿਊਟ ਕਰਨ। ਔਰ ਇਸ ਗੱਲ ਦਾ ਵੀ ਸਾਰੀ ਦੁਨੀਆ 'ਚ ਲੋਕ ਖਿਆਲ ਰੱਖਣ ਕਿ ਵੀ ਇਸ ਨਾਂ ਹੇਠ ਕੋਈ ਫੰਡ ਉਗਰਾ ਕੇ ਤੇ ਉਸ ਦਾ ਮਿਸਯੂਜ਼ ਨਾ ਕਰੇ ਕੋਈ ਵੀ। ਉਹ ਜੇ ਜਿਸ ਨਾਮ ਤੇ ਫੰਡ ਇਕੱਠਾ ਕਰ ਰਿਹਾ ਉਹ ਕਰੇ। ਸਾਡੇ ਕੋਲੇ ਜਿਹੜਾ ਕੋਈ ਫੰਡ ਆ ਰਿਹਾ
ਉਸ ਦਾ ਦੁਨੀਆ 'ਚੋਂ ਕੋਈ ਵੀ ਵਸਿੰਦਾ ਆ ਕੇ ਜਦੋਂ ਮਰਜ਼ੀ ਆ ਕੇ ਹਿਸਾਬ ਕਿਤਾਬ ਲੈ ਸਕਦਾ, ਉਹ ਟਰਾਂਸਪੇਰੈਂਟ ਹੈ ਬਿਲਕੁਲ। ਔਰ ਇਹ ਜੇ ਆਹ ਘਟਨਾਵਾਂ ਨਾ ਵਾਪਰਦੀਆਂ ਜਿਹਦੇ 'ਚ ਅਸੀਂ ਇਹ ਸਾਰੀ એનર્ਜੀ ਲਾ ਰਹੇ ਹਾਂ, ਨਾ ਵਾਪਰਦੀਆਂ ਤਾਂ ਅਸੀਂ ਇਹ ਸਾਰਾ ਕੁਝ ਪਬਲਿਕ ਵੀ ਕਰ ਚੁੱਕੇ ਹੋਣਾ ਸੀ। ਬਿਲਕੁਲ, ਨਾਲੇ ਕਈਆਂ ਨੂੰ ਜਿਵੇਂ ਮੈਂ ਕਿਹਾ ਕਿ ਇਹਨੂੰ ਮੌਕਾ ਨਾ ਮਿਲਦਾ ਵੀ ਸ਼ਹੀਦਾਂ ਦੇ ਨਾਮ ਤੇ ਵੀ ਜੋ ਪੈਸਾ ਕਮਾ ਰਹੇ ਨੇ ਉਹਨਾਂ ਨੂੰ ਸ਼ਾਇਦ ਇਹ ਮੌਕਾ ਹੀ ਨਾ ਮਿਲਦਾ। ਖੈਰ ਮੈਂ ਅਗਲੇ ਸਵਾਲ ਤੇ ਆਵਾਂਗਾ। ਸਵਾਲ ਇਹ ਵੀ ਬੜੇ ਉੱਠੇ ਕਿ ਕੀ ਦੀਪ ਸਿੱਧੂ ਜਾਂ ਲੱਖੇ ਸਿਧਾਣੀ ਦਾ ਕੇਸ ਵੀ ਲੀਗਲ ਟੀਮ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਆ ਉਹ ਲੜੇਗੀ ਜਾਂ ਲੜ ਰਹੀ ਹੈ? ਦੇਖੋ ਭਾਜੀ, ਇੱਕ ਬਹੁਤ ਕੈਟਾਗਰੀਕਲੀ ਮੈਂ ਕਹਿਣਾ ਚਾਹੁੰਦਾ ਕਿ ਸੰਯੁਕਤ ਕਿਸਾਨ ਮੋਰਚਾ ਉਹਨਾਂ ਸਾਰੇ ਕਿਸਾਨਾਂ ਦੇ ਕੇਸ ਲੜੂਗਾ ਜਿਹੜੇ SKM ਦੇ ਜ਼ਾਬਤੇ ਤੇ ਉਹਦੀ ਲਾਈਨ ਨਾਲ ਸਹਿਮਤ ਹੋ ਕੇ ਤੁਰਨਗੇ। ਜਿਹੜਾ ਇਸ ਜ਼ਾਬਤੇ ਤੇ ਇਸ ਲਾਈਨ ਨੂੰ ਵਾਇਲੇਟ ਕਰੇਗਾ ਉਹਦੀ ਮਦਦ ਕਰਨਾ ਮੁਸ਼ਕਲ ਹੋਏਗਾ। ਪਰ ਜਿੱਥੋਂ ਤੱਕ ਦੀਪ ਸਿੱਧੂ ਤੇ ਜਾਂ ਹੋਰ ਵੀਰਾਂ ਦਾ ਸਵਾਲ ਹੈ ਜਿਹੜੇ ਉਸ ਘਟਨਾ ਨਾਲ ਸੰਬੰਧਿਤ ਨੇ, ਉਹਨਾਂ ਦਾ ਸਵਾਲ ਹੈ, ਲੀਗਲ ਰਾਈਟ ਤਾਂ ਉਹਨਾਂ ਦਾ ਹੈਗਾ ਵਕੀਲ ਕਰਨ ਦਾ, ਇਹ ਅਸੀਂ ਥੋੜ੍ਹੀ ਰੋਕ ਸਕਦੇ। ਜੇ SKM ਦੇ ਪੈਨਲ ਦੇ ਵਿੱਚੋਂ ਦੀ ਵੀ ਕੋਈ ਵਕੀਲ ਉਹ ਸਰਵਿਸ ਐਕਸਟੈਂਡ ਕਰਨਾ ਚਾਹੁੰਦਾ ਹੋਊਗਾ ਆਪਣੇ ਪੱਧਰ ਤੇ, ਤਾਂ ਸਾਨੂੰ ਇਸ ਤੇ ਕੋਈ ਇਤਰਾਜ਼ ਨਹੀਂ। ਕੁਝ ਨੌਜਵਾਨ ਜੋ ਉਹਨਾਂ ਨੂੰ ਫਾਲੋ ਕਰਦੇ ਨੇ ਉਹਨਾਂ ਦਾ ਇਹ ਵੀ ਕਹਿਣਾ ਸੀ ਵੀ ਉਹ ਗਏ ਤਾਂ ਕਿਸਾਨੀ ਸੰਘਰਸ਼ ਦੇ ਲਈ ਸੀ, ਗਏ ਤਾਂ ਐਸੀ ਕਾਰਜ ਦੇ ਲਈ ਸੀ, ਜੇ ਉਹਨਾਂ ਤੇ ਹੁਣ ਕੇਸ ਪਏ ਨੇ ਤਾਂ ਸੰਯੁਕਤ ਕਿਸਾਨ ਮੋਰਚੇ ਦਾ ਜਾਂ ਫਿਰ ਕਿਸਾਨ ਆਗੂਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹਨਾਂ ਦੀ ਵੀ ਮਦਦ ਕੀਤੀ ਜਾਵੇ। ਜਿਹੜੇ ਵੀਰ ਉਸ ਜ਼ਾਬਤੇ ਤਹਿਤ ਗਏ ਸੀ ਔਰ ਉਹਨਾਂ ਨੂੰ ਪੁਲਿਸ ਨੇ ਧੱਕ ਦਿੱਤਾ ਪਰਲੇ ਪਾਸੇ, ਉਹਨਾਂ ਸਾਰਿਆਂ ਦੀ ਪੈਰਵਾਈ ਹੋ ਰਹੀ ਹੈ, ਸਭ ਦੀ ਮਦਦ ਕਰਾਂਗੇ। ਸਾਡੇ 121 ਕਿਸਾਨ ਬਾਹਰ ਲੈ ਆਉਂਦੇ, 134 ਦੀਆਂ ਜ਼ਮਾਨਤਾਂ ਹੋ ਗਈਆਂ। ਨੈਕਸਟ ਜਿਹੜਾ ਸਾਡਾ ਟਾਰਗੇਟ ਹੈ ਉਹ ਹੈ ਜਿਹਨੂੰ ਕਹਿੰਦੇ ਹੁੰਦੇ ਵੀ ਅਸੀਂ ਆਪਣੇ ਕੰਮ ਦੇ ਸਟੈਪ ਬਾਈ ਸਟੈਪ ਚੀਜ਼ਾਂ ਮਿੱਥੀਆਂ ਸੀ, ਔਰ ਇਹਦੇ 'ਚ ਸਾਨੂੰ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਗਾਈਡ ਕੀਤਾ, ਰਜਿੰਦਰ ਸਿੰਘ ਚੀਮਾ ਜੀ ਨੇ, ਉਸ ਦੀ ਇੱਕ ਇੰਪੋਰਟੈਂਟ ਭੂਮਿਕਾ ਹੈਗੀ ਹੈ। ਔਰ ਇਸ 'ਚ ਦਿੱਲੀ ਦੇ ਵਕੀਲ ਜਿਹੜੇ ਸਾਡੀ ਕੋਰ ਕਮੇਟੀ ਔਰ ਰਜਿੰਦਰ ਸਿੰਘ ਚੀਮਾ, ਇਹ ਰਲ ਕੇ ਜੋ ਅਸੀਂ ਸਟੈਪ ਬਣਾਏ ਉਹਨਾਂ ਨਾਲ, ਉਸ 'ਚ ਇਹ ਸੀਗਾ ਕਿ ਰਣਜੀਤ ਸਿੰਘ ਜਿਹੜਾ ਕਾਜ਼ਮਪੁਰਾ, ਉਹਦਾ ਪ੍ਰੋਸੈਸ ਸ਼ੁਰੂ ਆ। ਸਾਡੇ ਲਈ ਅਗਲੀ ਹਰਡਲ ਉਹ, ਔਰ ਸਾਡਾ ਇਹ ਹੈ ਵੀ ਹੁਣ ਉਹ ਟੀਚਾ ਅਚੀਵ ਕਰਨਾ ਹੈ ਅਸੀਂ, ਔਰ ਉਸ ਨੂੰ ਛੇਤੀ ਬਾਹਰ ਲਿਆਵਾਂਗੇ। ਅੱਛਾ ਭਾਜੀ, ਜਿਵੇਂ ਇੰਦਰਜੀਤ ਨਿੱਕੂ ਦੀ ਤਸਵੀਰ ਵੀ ਜਾਰੀ ਕੀਤੀ ਗਈ, ਜਦੋਂ ਮੈਨੂੰ ਯਾਦ ਹੈ ਰੁਲਦੂ ਸਿੰਘ ਮਾਨਸਾ ਜੀ ਉਹਨਾਂ ਦੀ ਤਸਵੀਰ ਜਾਰੀ ਕੀਤੀ ਗਈ ਦਿੱਲੀ ਪੁਲਿਸ ਵੱਲੋਂ, ਤਾਂ ਇੰਦਰਜੀਤ ਨਿੱਕੂ ਦੀ ਵੀ ਸੀਗੀ। ਇੰਦਰਜੀਤ ਨਿੱਕੂ ਕਹਿੰਦਾ ਮੈਂ ਤਾਂ ਦਿੱਲੀ 'ਚ ਹੀ ਨਹੀਂ ਸੀਗਾ। ਇੱਦਾਂ ਦੇ ਕਿੰਨੇ ਕੁ ਨੌਜਵਾਨ ਹੋਣਗੇ, ਕਿਉਂਕਿ ਸੈਂਕੜੇ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ, ਤੁਹਾਡੇ ਹਿਸਾਬ ਨਾਲ ਕਿੰਨੇ ਕੁ ਨੌਜਵਾਨ ਹੋਣਗੇ ਜਿਨ੍ਹਾਂ 'ਤੇ ਨਜਾਇਜ਼ ਤੌਰ 'ਤੇ ਜਾਂ ਤਾਂ ਪਰਚੇ ਪਾਏ ਗਏ ਨੇ ਜਾਂ ਫਿਰ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ? ਦੇਖੋ ਬਹੁਤ ਸਾਰਾ ਕੁਛ ਹੈ, ਬਹੁਤ ਸਾਰਾ ਕੁਛ ਆ। ਉਹ ਕਹਾਣੀ ਮੁੱਦੇ ਮੂੰਹ ਡਿੱਗੀ। ਤਸਵੀਰਾਂ ਲਿਆਉਣ ਨਾਲ ਜਾਂ ਕਿਸੇ ਨੂੰ ਜਿਹੜਾ ਕੋਈ ਸਮਰਥਨ 'ਚ ਆਇਆ ਉਹਨੂੰ ਟੈਰਰਾਈਜ਼ ਕਰਨ ਨਾਲ ਨਹੀਂ ਇਹ ਮਾਮਲਾ ਠੱਪ ਹੋਣਾ। ਕੱਲ੍ਹ ਵੀ ਤਾਪਸੀ ਪੰਨੂ ਤੇ ਅਨੁਰਾਗ ਕਸ਼ਪ ਤੇ ਮਾਮਲਾ ਆਇਆ, ਉਹਦੀ ਅਸੀਂ ਨਿਖੇਧੀ ਕੀਤੀ ਆ। ਔਰ ਪਹਿਲਾਂ ਪੰਜਾਬ 'ਚ ਆੜ੍ਹਤੀਆਂ ਦੇ ਉੱਪਰ ਇਹ ਰੇਡਸ ਹੋਈਆਂ ਸੀਗੀਆਂ। ਇਸ ਕਰਕੇ ਜਿਹੜਾ ਕੋਈ ਇਸ ਘੋਲ ਦੀ ਮਦਦ ਕਰ ਰਿਹਾ, ਮੈਂ ਜੇ ਇਸ ਗੱਲ ਤੇ ਵੀ ਉਹ ਸਮਰਥਨ ਕਰ ਰਿਹਾ ਔਰ ਉਸ ਨੂੰ ਸਬਕ ਸਿਖਾਉਣਾ, BJP ਨੂੰ ਇਹ ਬਹੁਤ ਮਹਿੰਗਾ ਪਊਗਾ। ਇਹ ਐਜੀਟੇਸ਼ਨ BJP ਦੀ ਸਿਆਸੀ ਜ਼ਮੀਨ ਖੋ ਰਹੀ ਆ, ਔਰ ਉਸ ਲਈ ਸਭ ਤੋਂ ਵੱਡੀ ਚੁਣੌਤੀ ਆ। ਔਰ ਇਹ ਜੇ ਉਹ ਇਸੇ ਤਰ੍ਹਾਂ ਅੜਿੰਗ ਰਹਿੰਦੀ ਆ ਔਰ ਥਕਾਉਣ ਦੇ ਤੇ ਇਸ ਮਕਸਦ ਤੇ ਰਹਿੰਦੀ ਆ, ਇਹ ਉਹਨੂੰ ਬਹੁਤ ਮਹਿੰਗਾ ਪੈਣ ਵਾਲਾ ਆ। ਰੇਲ ਰੋਕੋ ਇਸ ਦੇਸ਼ ਦੇ 736 ਜ਼ਿਲ੍ਹਿਆਂ 'ਚੋਂ 700 ਦੇ ਵਿੱਚ ਚਲਾ ਗਿਆ। 1000 ਥਾਵਾਂ ਤੇ ਰੇਲ ਰੁਕੀ ਆ। ਇਸ ਨੇ ਆਲ ਇੰਡੀਆ ਐਕਸਪੈਂਸ਼ਨ ਦਾ ਇੱਕ ਮਾਹੌਲ ਬਣਾ ਦਿੱਤਾ ਤੇ ਅਸੀਂ ਇਹ ਐਕਸਪਲੋਰ ਕਰਾਂਗੇ। ਬਿਲਕੁਲ, ਕਿਉਂਕਿ ਸੁਪਰੀਮ ਕੋਰਟ ਨੇ ਵੀ, ਜੇਕਰ ਮੈਂ ਗਲਤ ਨਹੀਂ, ਵਕੀਲ ਸਾਹਿਬ ਨਾਲ ਹੀ ਖੜੇ ਨੇ, ਕਰੈਕਟ ਕਰਨ ਮੈਨੂੰ, ਸੁਪਰੀਮ ਕੋਰਟ ਨੇ ਫਾਰੂਕ ਅਬਦੁੱਲਾ ਦੇ ਮਾਮਲੇ 'ਚ ਕਿਹਾ ਹੈ ਕਿ ਸਰਕਾਰ ਦੇ ਵਿਚਾਰਾਂ ਦੇ ਨਾਲ ਜੇਕਰ ਕੋਈ ਬੰਦਾ ਸਹਿਮਤ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਉਹ ਦੇਸ਼ ਦਰੋਹੀ ਹੈ ਜਾਂ ਫਿਰ ਉਸ ਦੇ ਉੱਤੇ ਦੇਸ਼ ਦਰੋਹ ਦੇ ਇਲਜ਼ਾਮ ਲਾਏ ਜਾਣ। ਕਿੰਨੀ ਕੁ ਸਹੀ ਇਹ ਗੱਲ ਹੈ? ਇਹ ਬਿਲਕੁਲ ਸਹੀ ਹੈ ਜੀ। ਸਿਰਫ ਮਹਿਜ ਆਪੋਜੀਸ਼ਨ ਆਫ ਗਵਰਨਮੈਂਟ ਡੈਮੋਕ੍ਰੇਸੀ ਦੇ ਵਿੱਚ ਗਵਰਨਮੈਂਟ ਦੀ ਇਹ ਡਿਊਟੀ ਹੋਏ, ਇੰਟਰਨੈਸ਼ਨਲ ਪ੍ਰਿੰਸੀਪਲ ਹੈ ਕਿ ਉਸਨੇ ਉਹਦੇ ਡੈਮੋਕ੍ਰੈਟਿਕ ਰਾਈਟ ਤੇ ਉਹਦੇ ਲਈ ਡੈਮੋਕ੍ਰੈਟਿਕ ਸਪੇਸ ਰਿਸਟੋਰ ਕਰਨੀ ਹੈ। ਜੋ ਨਹੀਂ ਕਰਦੀ ਤਾਂ ਇਹ ਉਹ ਵਾਇਲੇਟ ਕਰ ਰਹੀ ਹੈ, ਜੋ ਸਪੇਸ ਖੋ ਰਹੀ ਹੈ। ਤੇ ਜੇ ਕੋਈ ਬੰਦਾ ਇਹਨਾਂ ਸਪੇਸ ਨੂੰ ਲੈਣ ਲਈ ਐਜੀਟੇਟ ਕਰਦਾ ਹੈਗਾ ਤੇ ਉਸ ਨੂੰ ਤੁਸੀਂ ਦੇਸ਼ ਧਰੋਹ ਕਹੋਗੇ, ਇਹ ਤਾਂ ਡੈਮੋਕ੍ਰੇਸੀ ਦਾ ਹੀ ਮਜ਼ਾਕ ਹੈ। ਅੱਛਾ, ਤੇ ਨੌਰੀਤ ਕੌਰ ਦਾ ਮਾਮਲਾ ਕੀ ਸੀ? ਕਿਉਂਕਿ ਉਸ ਮਾਮਲੇ ਨੂੰ ਲੈ ਕੇ ਕਈ ਸਵਾਲ ਖੜੇ ਹੋਏ, ਕਿਸਾਨ ਆਗੂਆਂ ਦੇ ਵੀ ਸਵਾਲ ਖੜੇ ਕੀਤੇ ਕਿ ਵੀ ਤੁਸੀਂ ਪੈਰਵੀ ਕਿਉਂ ਨਹੀਂ ਕਰ ਰਹੇ ਇਸ ਮਾਮਲੇ ਦੀ। ਲੇਕਿਨ ਜਦੋਂ ਪਤਾ ਲੱਗਿਆ ਵੀ ਉਹ ਮਾਮਲਾ ਸੀਗਾ ਕੁਝ ਹੋਰ, ਸ਼ਾਇਦ ਬਿਨਾਂ ਦੱਸੇ ਜਿਹੜੀ ਨੌਰੀਤ ਕੌਰ ਆ ਉੱਥੇ ਗਈ ਸੀ, ਇਹ ਅਸਲ 'ਚ ਮਾਮਲਾ ਕੀ ਸੀ? ਦੇਖੋ ਮਜ਼ਦੂਰ ਅਧਿਕਾਰ ਸੰਗਠਨ ਉਸ ਥਾਂ ਤੇ ਕਿਸਾਨ ਘੋਲ ਦੀ ਹਮਾਇਤ ਕਰਨ ਲਈ ਆਇਆ ਸੀ ਤੇ ਮਜ਼ਦੂਰ ਅਧਿਕਾਰ ਸੰਗਠਨ ਕੁੰਡਲੀ ਦੀ ਇੰਡਸਟਰੀ ਦੇ ਵਿੱਚ ਟ੍ਰੇਡ ਯੂਨੀਅਨ ਵੀ ਬਣਾਉਂਦਾ ਸੀ, ਲੇਬਰ ਦੇ ਡਿਸਪਿਊਟ ਹੱਲ ਕਰਾਉਣ ਲਈ ਉਹ ਐਕਟੀਵਿਟੀ ਕਰਦੇ ਸੀ। ਕਿੰਨਾ ਪੁਰਾਣਾ ਉਹਨਾਂ ਨੇ ਸ਼ੁਰੂ ਕੀਤਾ ਇਹਦਾ ਸਾਨੂੰ ਕੋਈ ਗਿਆਨ ਨਹੀਂ ਸੀਗਾ, ਕਦੋਂ ਤੋਂ ਓਪਰੇਟ ਸੀਗੇ ਕਰਦੇ ਜਾਂ ਕਦੋਂ ਦੇ ਨਹੀਂ।
ਅਸੀਂ ਹਰਿਆਣੇ ਦੇ ਜਿਹੜੇ ਕਿਸਾਨ ਸੰਗਠਨ ਮੀਟਿੰਗ 'ਚ ਜਦੋਂ ਇਹ ਗੱਲ ਆਈ ਤਾਂ ਉਹਨਾਂ ਨੂੰ ਪੁੱਛਿਆ ਵੀ ਇਹ ਸੰਗਠਨ ਕਿੰਨਾ ਕੁ ਪੁਰਾਣਾ ਕੰਮ ਕਰਦਾ, ਉਹਨਾਂ ਨੂੰ ਵੀ ਇਹਦੀ ਬਹੁਤੀ ਜਾਣਕਾਰੀ ਨਹੀਂ ਸੀ। ਤਾਂ ਜਿਵੇਂ ਜਿਵੇਂ ਉਸ ਸਾਰੇ ਦੇ ਵਿੱਚ ਆਇਆ ਤਾਂ 3 ਉਹਦੇ ਪਾਰਟ ਸੀਗੇ, ਇੰਡਸਟਰੀ ਦੇ ਮਾਲਕ ਪਾਰਟ ਸੀ, ਪੁਲਿਸ ਇੱਕ ਪਾਰਟ ਸੀ, ਇੱਕ ਪਾਸੇ ਮਜ਼ਦੂਰ ਆਰਗੇਨਾਈਜੇਸ਼ਨ ਪਾਰਟ ਸੀ। ਤਿੰਨਾਂ ਦੇ ਵਿਊ ਸੀ ਸਾਡੇ ਕੋਲ। ਅਸੀਂ ਆਪਣੇ ਕੋਲ 'ਚ ਸੁਪਰੀਮ ਕੋਰਟ ਜਾਂ ਹੋਰ ਇਹਨਾਂ ਸਾਰੇ ਪੇਚਾਂ 'ਚ ਫਸੇ ਹੋਏ ਸੀ। ਤਾਂ ਅਸੀਂ ਉਹਨਾਂ ਨੂੰ ਵੀ ਕਿਹਾ ਸੀਗਾ ਵੀ ਅਸੀਂ ਫੈਕਟਸ ਵੈਰੀਫਾਈ ਕੀਤੇ ਬਗੈਰ ਸ਼ਾਇਦ ਪੋਜੀਸ਼ਨ ਨਾ ਲੈ ਪਾਈਏ। ਤਾਂ ਉਸ ਮਾਮਲੇ 'ਚ ਉਹਨਾਂ ਨੂੰ ਜਿੰਨਾ ਕੁ ਵੀ ਕੋਈ ਜਿਹਨੂੰ ਕਹਿੰਦੇ ਹੁੰਦੇ ਨੇ ਵੀ ਛੁਪੀ ਹੋਈ ਸਪੋਰਟ, ਉਹ ਉਨੀ ਕੁ ਕੀਤੀ ਆ। ਉਹ ਮੈਂ ਇੱਥੇ ਕੈਮਰੇ 'ਤੇ ਸ਼ਾਇਦ ਡਿਸਕਲੋਜ਼ ਵੀ ਨਾ ਕਰਾਂ, ਠੀਕ ਵੀ ਉਨੀ ਕੁ ਉਹ ਕੀਤੀ। ਪਰ ਅਸੀਂ ਇੱਕ ਗੱਲ ਬਹੁਤ ਕਲੀਅਰ ਸੀਗੇ ਕਿ ਅਸੀਂ ਜਿਸ ਥਾਂ 'ਤੇ ਬੈਠੇ ਹਾਂ ਅਸੀਂ ਲੋਕਲ ਪਾਪੂਲੇਸ਼ਨ ਦੀ ਸਪੋਰਟ ਨਹੀਂ ਗਵਾਉਣੀ। ਵੀ ਜੇ ਉਹ ਸਾਡੇ ਖਿਲਾਫ ਹੁੰਦੀ ਹੈਗੀ ਹੈ ਤਾਂ ਕਿਸਾਨ ਘੋਲ ਦਾ ਹਰਜਾ ਹੋਊਗਾ। ਉਸ ਹਰਜੇ ਨੂੰ ਦੇਖਦੇ ਹੋਏ, ਮੱਦੇਨਜ਼ਰ ਰੱਖਦੇ ਹੋਏ ਜਿੰਨੀ ਕੁ ਮਦਦ ਕਰਨ ਦੀ ਲੋੜ ਸੀ ਉਨੀ ਕੁ ਉਹ ਮਦਦ ਲਈ ਕੋਸ਼ਿਸ਼ਾਂ ਹੋਈਆਂ ਨੇ, ਠੀਕ ਆ। ਪਰ ਇਹ ਆ ਵੀ ਹਾਂ ਠੀਕ ਹੈ ਕਿ ਉਦੋਂ ਅਸੀਂ ਆਪਣੇ ਮਾਮਲੇ 'ਚ ਜ਼ਿਆਦਾ ਫਸੇ ਹੋਏ ਸੀ ਤਾਂ ਸਾਡੇ ਕੋਲੇ ਫੈਕਟਸ ਉਹਨੇ ਕਲੀਅਰ ਨਾ ਹੋਣ ਕਰਕੇ ਜਿਹੜੀ ਇੱਕ ਕਲੀਅਰ ਕੱਟ ਪੋਜੀਸ਼ਨ ਹੁੰਦੀ ਹੈ ਸ਼ਾਇਦ ਉਹ ਲੈਣ 'ਚ ਥੋੜ੍ਹੀ ਦੇਰੀ ਹੋਈ। ਔਰ ਜਦੋਂ ਉਹਨਾਂ ਨੇ ਇੱਕ ਫੈਕਟ ਫਾਈਂਡਿੰਗ ਰਿਪੋਰਟ ਦਿੱਤੀ ਉਹ ਅਸੀਂ ਦੇਖੀ ਹੈ ਤਾਂ ਉਸ ਫੈਕਟ ਫਾਈਂਡਿੰਗ ਰਿਪੋਰਟ ਦੇ ਵਿੱਚ ਵੀ ਮਤਲਬ ਕਈ ਚੀਜ਼ਾਂ ਹਾਲੇ ਉਸ ਤਰ੍ਹਾਂ ਨਹੀਂ ਪ੍ਰਗਟ ਹੋਈਆਂ ਜਿਹੜੀਆਂ ਬਾਅਦ ਦੇ ਵਿੱਚ ਜਾ ਕੇ ਐਕਸਪੋਜ਼ ਹੋਈਆਂ। ਔਰ ਜਦੋਂ ਉਹ ਐਕਸਪੋਜ਼ ਹੋਈਆਂ ਤਾਂ ਉਹ ਬਿਲਕੁਲ ਅਸੀਂ ਉਦੋਂ ਕੈਟਾਗਰੀਕਲੀ ਉਹਦੀ ਨਿਖੇਧੀ ਕੀਤੀ ਹੈਗੀ ਹੈ। ਜਿਵੇਂ ਹੁਣ ਸ਼ਿਵ ਦਾ ਮਾਮਲਾ ਆਇਆ, ਜਦੋਂ ਉਹਦੇ ਅਦਾਲਤੀ ਪ੍ਰਕਿਰਿਆ 'ਚ ਸਵਾਲ ਗਿਆ ਤਾਂ ਉਹਦਾ ਤਾਂ ਜਾ ਕੇ ਉਹਦਾ ਮੈਡੀਕਲ ਐਵੀਡੈਂਸ ਕਲੈਕਟ ਹੋਇਆ ਵੀ ਕਿੰਨਾ ਟੌਰਚਰ ਉਹਦੇ ਨਾਲ ਹੋਇਆ। ਤਾਂ ਜਿਹੜੀ ਇਹ ਚੀਜ਼ ਹੈ ਤਾਂ ਕਸਟੋਡੀਅਲ ਜਿਹੜੀ ਟੌਰਚਰ ਹੈ ਇਹ ਬਿਲਕੁਲ ਗਲਤ ਹੈ। ਔਰ ਇਹਦੀ ਅਸੀਂ ਨਿਖੇਧੀ ਵੀ ਕੀਤੀ, ਜੋ ਨਵਦੀਪ ਨਾਲ ਹੋਇਆ ਉਹਦੀ ਵੀ ਨਿਖੇਧੀ ਕੀਤੀ। ਔਰ ਜਦੋਂ ਸਾਡੀ ਜਿਹੜੀ ਅਸੀਂ ਕੋਰ ਕਮੇਟੀ ਬਣਾਈ ਸੀ ਵਕੀਲਾਂ ਦੀ, ਉਹਦੇ 'ਚ ਹੀ ਸਵਾਲ ਉਠਾਇਆ ਵਕੀਲਾਂ ਨੇ ਵੀ ਕੀ ਅਸੀਂ ਇਹ ਕਰ ਸਕਦੇ ਹਾਂ, ਤਾਂ ਅਸੀਂ ਉਹਨਾਂ ਨੂੰ ਕਿਹਾ ਬਿਨਾਂ ਸ਼ੱਕ ਕਰੋ, ਇਹ ਤਾਂ ਉਹਦਾ ਰਾਈਟ ਹੈ। ਇਹ ਕੋਈ ਵੀ ਬੰਦਾ ਜਿਹੜਾ ਕਸਟਡੀ ਦੇ ਵਿੱਚ ਹੈਗਾ ਉਹਨੂੰ ਵਕੀਲ ਹਾਸਲ ਹੋਣ ਦਾ ਰਾਈਟ ਹੈ, ਇਸ ਦੇਸ਼ ਦੇ ਸਿਸਟਮ ਨੇ ਦਿੱਤਾ ਹੋਇਆ। ਉਹ ਹੈਗਾ, ਉਹ ਦੀਪ ਸਿੱਧੂ ਕੋਲੇ ਵੀ ਹੈਗਾ, ਉਹ ਲੱਖੇ ਕੋਲੇ ਵੀ ਹੈਗਾ, ਉਹ ਨਵਦੀਪ ਕੋਲੇ ਵੀ ਹੈਗਾ, ਬਾਕੀ ਕਿਸਾਨਾਂ ਕੋਲੇ ਵੀ ਹੈਗਾ। ਕੱਲ ਨੂੰ ਅਸੀਂ ਜਾਵਾਂਗੇ ਅੰਦਰ ਸਾਡੇ ਕੋਲੇ ਵੀ ਹੈਗਾ। ਤਾਂ ਇਹ ਰਾਈਟ ਤਾਂ ਹੈਗਾ। ਤਾਂ ਅਸੀਂ ਉਹ ਐਕਸਟੈਂਡ ਵੀ ਕਿਹਾ ਵੀ ਤੁਸੀਂ ਕਰੋ ਮਦਦ। तो HS ਬੈਂਸ ਸਾਡੇ ਉਸੇ ਲੀਗਲ 150 ਟੀਮ ਦੇ ਵਿੱਚ ਸੀਗੇ। ਤਾਂ ਵੀਰ ਸਿੰਘ ਸੰਧੂ ਹੋਣਾ ਨੇ ਸਵਾਲ ਉਠਾਇਆ ਸੀ, ਉਹਨਾਂ ਦੇ ਸੀਨੀਅਰ ਰਜਿੰਦਰ ਸਿੰਘ ਚੀਮਾ ਜੀ ਹੁਣੇ ਖੁਦ ਉਹਦੇ ਕੌਂਸਲ ਰਹੇ ਹੈਗੇ ਨੇ ਜਿੰਨਾ ਕੁ ਮੈਂ ਆਰਡਰ ਦੇਖਿਆ ਹੈਗਾ। ਤਾਂ ਇਸ ਦੇ ਵਿੱਚ ਜਦੋਂ ਉਹਦੀ ਇਸ਼ੂ ਰਿਜ਼ੋਲਵ ਹੋਇਆ ਤਾਂ ਕੱਲ ਸ਼ਿਵ ਵਾਲਾ ਵੀ ਹੋਇਆ। ਬਿਨਾਂ ਸ਼ੱਕ ਕੁੰਡਲੀ ਦੇ ਵਿੱਚ ਇੰਡਸਟਰੀ ਹੈਗੀ ਆ ਤਾਂ ਉੱਥੇ ਕੁਝ ਇਸ਼ੂ ਹੋਣਗੇ। ਇੰਡਸਟਰੀਅਲਿਸਟ ਸਾਡੇ ਕੋਲੇ ਆਏ ਵੀ ਸੀ, ਅਸੀਂ ਉਹਨਾਂ ਨੂੰ ਬਹੁਤ ਕੈਟਾਗਰੀਕਲੀ ਇਹ ਗੱਲ ਕਹੀ ਸੀ ਵੀ ਅਸੀਂ ਇੰਡਸਟਰੀਅਲ ਡਿਸਪਿਊਟ ਜਾਂ ਲੇਬਰ ਡਿਸਪਿਊਟ 'ਤੇ ਨਹੀਂ ਆਏ ਹੈਗੇ, ਅਸੀਂ ਪੀਜ਼ੈਂਟ ਡਿਮਾਂਡਸ ਦੇ ਉੱਪਰ, ਫਾਰਮਰਸ ਦੀ ਡਿਮਾਂਡ ਦੇ ਉੱਪਰ ਐਜੀਟੇਸ਼ਨ ਕਰਨ ਆਏ ਆ। ਪਰ ਜੇ ਕੋਈ ਆਪਣੀ ਟ੍ਰੇਡ ਯੂਨੀਅਨ ਬਣਾਉਂਦਾ ਤਾਂ ਉਹਦੇ ਰਸਤੇ 'ਚ ਕੋਈ ਰੁਕਾਵਟਾਂ ਖੜੀਆਂ ਕੀਤੀਆਂ ਜਾਂਦੀਆਂ ਨੇ। ਉਹਦਾ ਇਸ ਦੇਸ਼ 'ਚ ਗੌਰਮੈਂਟ ਕਰ ਹੀ ਰਹੀ ਹੈ। ਟ੍ਰੇਡ ਯੂਨੀਅਨ ਦੇ ਰਾਈਟ ਬਹੁਤ ਸਾਰੇ ਖੋਹ ਰਹੇ ਨੇ। 1 ਅਪ੍ਰੈਲ ਤੋਂ 12 ਘੰਟੇ ਕੰਮ ਦਿਹਾੜੀ ਲਾਗੂ ਕਰਨ ਜਾ ਰਹੇ ਨੇ। ਕਰੋਨਾ ਪੀਰੀਅਡ ਦੀ ਜੋ ਵਰਤੋਂ ਮੋਦੀ ਹਕੂਮਤ ਨੇ ਕੀਤੀ ਹੈ ਉਹਨੇ ਤੇ ਦੇਸ਼ ਦੇ ਲੋਕਾਂ ਦੇ ਪੂਰਾ ਇੱਕ ਆਰਥਿਕ ਹੱਲਾ ਹੀ ਵਿੱਢ ਦਿੱਤਾ ਹੈਗਾ ਆ। ਔਰ ਇਹ ਉਹਦਾ ਫਾਸ਼ਿਸਟ ਡਿਜ਼ਾਈਨ ਹੈ ਜਿਹੜਾ ਉਹਨੇ ਵਿੱਢਿਆ ਹੈਗਾ, ਇਹ ਸਾਰਾ ਕੁਝ ਰੱਦ ਕਰਨ ਦੀ ਮੰਗ ਕਰ ਰਹੇ। ਅਸੀਂ ਪਰਚਿਆਂ ਦੀ ਗੱਲ ਕੀਤੀ ਹੈ ਜਿਹੜੇ ਪਾਏ ਗਏ, ਕਿੰਨੇ ਨੌਜਵਾਨਾਂ ਦੇ ਪਾਏ ਗਏ ਹੈ, ਨੌਦੀਪ ਦੀ ਵੀ ਗੱਲ ਹੋਈ ਹੈ। 25 ਤਰੀਕ ਦੀ ਰਾਤ ਨੂੰ ਜੋ ਕੁਝ ਹੋਇਆ, ਤੁਹਾਨੂੰ ਲੱਗਦਾ ਹੈ ਕਿ ਜੇ ਸਰਕਾਰ ਨੂੰ ਜਾਂ ਦਿੱਲੀ ਪੁਲਿਸ ਨੂੰ ਮੌਕਾ ਮਿਲਿਆ ਹੈ ਪਰਚੇ ਪਾਉਣ ਦਾ ਜਾਂ ਗ੍ਰਿਫਤਾਰੀਆਂ ਕਰਨ ਦਾ, ਉਹ 25 ਤਰੀਕ ਦੀ ਰਾਤ ਨੂੰ ਜਦੋਂ ਸਟੇਜ ਕੈਪਚਰ ਹੋਇਆ ਹੈ ਉੱਥੇ ਉਹ ਸਾਰਾ ਵਿੱਢਿਆ ਗਿਆ ਸੀ? ਦੇਖੋ ਭਾਜੀ, 25-26 ਦੀਆਂ ਘਟਨਾਵਾਂ ਨੇ ਇਸ ਅੰਦੋਲਨ ਨੂੰ ਸੱਟ ਤਾਂ ਮਾਰੀ ਹੈ ਬਿਨਾਂ ਸ਼ੱਕ। ਹੁਣ ਇਹਦੇ ਤੇ ਦੋ ਵਿਊ ਨੇ। ਕੁਛ ਲੋਕ ਕਹਿੰਦੇ ਨੇ ਵੀ ਇਹ ਬਹੁਤ ਮਾਮੂਲੀ ਘਟਨਾ ਹੈ, ਕੁਛ ਲੋਕ ਕਹਿੰਦੇ ਨੇ ਵੀ ਇਹ ਗਲਤੀ ਹੋਈ ਹੈ। ਇਹ ਦੋ ਵਿਊ ਆਪਣੀ ਆਪਣੀ ਥਾਂ 'ਤੇ ਸਟੈਂਡ ਕਰਦੇ ਹੈਗੇ ਨੇ। ਇਹਦਾ ਨਿਰਣਾ ਦੇਸ਼ ਦੇ ਲੋਕਾਂ ਨੇ ਕਰਨਾ, ਪੰਜਾਬ ਦੇ ਲੋਕਾਂ ਨੇ ਕਰਨਾ, ਕਿਸਾਨਾਂ ਨੇ ਕਰਨਾ ਕਿ ਕਿਹੜਾ ਵਿਊ ਠੀਕ ਹੈ। ਠੀਕ, ਜਿੱਥੋਂ ਤੱਕ ਦੀਪ ਸਿੱਧੂ ਦਾ ਸਵਾਲ ਆ, ਉਹ ਪਹਿਲਾਂ ਹੀ ਇੱਕ ਡਿਫਰੈਂਟ ਏਜੰਡੇ 'ਤੇ ਕੰਮ ਕਰ ਰਿਹਾ ਸੀਗਾ ਅਤੇ ਇਸ ਏਜੰਡੇ ਦਾ ਕਿਸੇ ਨੂੰ ਕੋਈ ਭੁਲੇਖਾ ਨਹੀਂ ਵੀ ਕੀ ਕਰਨਾ ਚਾਹ ਰਹੇ ਸੀਗੇ ਉਹ। ਔਰ ਕਿਸਾਨ ਐਜੀਟੇਸ਼ਨ ਹੈ, ਇਹਦੀ ਲਿਮਿਟੇਸ਼ਨ ਇਹ ਹੈ ਕਿ ਇਹ ਕਿਸਾਨ ਮੰਗਾਂ ਦੇ ਉੱਪਰ ਹੈ, ਸਪੈਸੀਫਿਕ ਮੰਗਾਂ 'ਤੇ। ਜੇ ਇਹ ਮੰਗਾਂ ਦੇ ਉੱਪਰ ਕੇਂਦਰਿਤ ਹੀ ਸਾਂਝਾ ਘੋਲ ਹੈ, ਇਹਦਾ ਬੇਸਿਸ ਹੀ ਇਹ ਹੈ, ਨਹੀਂ ਤਾਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੀ ਨਹੀਂ ਸੀ ਹੋ ਸਕਦੀਆਂ। ਇਹਨਾਂ ਨੇ ਬੇਸਿਸ ਹੀ ਇਹ ਬਣਾ ਲਿਆ ਵੀ ਆਹ ਮੰਗਾਂ ਦੇ ਚੌਕਟੇ 'ਚ ਰਵਾਂਗੇ ਅਤੇ ਇੱਥੇ ਇਕੱਠੇ ਰਹਾਂਗੇ। ਔਰ ਉਹ ਇਹਦੀ ਲਿਮਿਟੇਸ਼ਨ ਵੀ ਹੈ, ਇਹਦੀ ਵੰਸਵੰਤਾ ਵੀ ਇਹਦੇ 'ਚ ਛੁਪੀ ਹੋਈ ਹੈ। ਔਰ ਇਸੇ ਨੂੰ ਰਿਸਪੈਕਟ ਕਰਨਾ ਚਾਹੀਦਾ ਹੈ। ਜਿਹੜਾ ਕੋਈ ਇਸ ਨੂੰ ਰਿਸਪੈਕਟ ਨਹੀਂ ਕਰਦਾ ਉਹ ਇਹਦੀ ਇੰਡੀਪੈਂਡੈਂਸ ਨੂੰ ਇਸ ਘੋਲ ਦੀ, ਜਿਹੜਾ ਪੋਲੀਟੀਕਲ ਪਾਰਟੀਆਂ ਤੋਂ ਨਿਰਲੇਪ ਰਹਿ ਕੇ ਔਰ ਇਹਦੀ ਇਹ ਲਿਮਿਟੇਸ਼ਨ ਦਾ ਸਤਿਕਾਰ
ਨਹੀਂ ਕਰਦਾ ਤਾਂ ਉਹ ਇਹਦੀ ਇੰਡੀਪੈਂਡੈਂਸ ਨੂੰ ਵੀ ਸੱਟ ਮਾਰਦਾ, ਇਹਦੀ ਪ੍ਰਿੰਸੀਪਲ ਯੂਨਿਟੀ ਨੂੰ ਵੀ ਸੱਟ ਮਾਰਦਾ ਔਰ ਇਹਦੇ ਪੀਸਫੁਲ ਕਿਰਦਾਰ ਨੂੰ ਵੀ ਸੱਟ ਮਾਰਦਾ। ਔਰ ਸਾਨੂੰ ਲੱਗਦਾ ਕਿ ਵੀ 25-26 ਦੀਆਂ ਘਟਨਾਵਾਂ ਨੇ ਇਹ ਅਸੂਲ ਨੇ ਜਿਹੜੇ ਉਹ ਉਲੰਘੇ ਨੇ। ਅੱਜ ਮੈਂ ਤਾਂ ਇਸ ਨੂੰ ਇਸੇ ਸੰਦਰਭ 'ਚ ਦੇਖਦਾ। ਲੇਕਿਨ 25-26 ਤਰੀਕ ਦੀ ਘਟਨਾਵਾਂ ਨੇ ਤੁਹਾਨੂੰ ਇਹ ਵੀ ਲੱਗਦਾ ਵੀ ਛਾਨਣੀ ਲਾ ਕੇ ਛਾਣ ਦਿੱਤੇ ਨੇ ਵੀ ਨਾਲ ਕੌਣ ਨੇ ਤੇ ਸਾਡੇ ਪਰਾਈ ਕੌਣ ਨੇ? ਇਹ ਗੱਲਾਂ ਕੁਛ ਸਾਫ਼ ਹੋਈਆਂ ਨੇ, ਪਰ ਹਾਲੇ ਵੀ ਇਹ ਨੈਰੇਟਿਵ ਹੈਗਾ ਆ। ਇਹ ਨੈਰੇਟਿਵ ਕਈ ਕਿਸਮ ਨਾਲ ਸਾਹਮਣੇ ਆ ਰਿਹਾ ਹੈਗਾ ਆ। ਉਮੀਦ ਹੈ ਕਿ ਲੋਕ ਆਪਣੇ ਐਕਸਪੀਰੀਅੰਸ 'ਚੋਂ ਸਿੱਖਣਗੇ, ਉਹਨਾਂ ਨੂੰ ਪਛਾਣਨਾ ਪਊਗਾ ਕਿ ਵੀ ਇਸ ਸਾਡੇ ਲਈ ਇਸ ਘੋਲ ਦਾ ਸੰਯੁਕਤ ਕਿਸਾਨ ਮੋਰਚੇ ਦੇ ਰੂਪ 'ਚ ਜਦੋਂ ਅਸੀਂ ਵਿਚਰ ਰਹੇ ਹਾਂ ਤਾਂ ਕੀ ਹੈ। ਨੰਬਰ 1 ਇਹਦੀ ਪ੍ਰਿੰਸੀਪਲ ਯੂਨਿਟੀ। ਉਹ ਕੀ ਹੈ ਕਿ 3 ਕਾਨੂੰਨਾਂ ਦੇ ਖਿਲਾਫ ਆ ਅਸੀਂ। ਇਲੈਕਟ੍ਰੀਸਿਟੀ ਪ੍ਰਪੋਜ਼ਡ ਹੈ ਜਿਹੜਾ ਬਿੱਲ ਆ ਉਹਦੇ ਖਿਲਾਫ ਆ, MSP 'ਤੇ ਕਾਨੂੰਨ ਬਣਾਉਣਾ ਔਰ ਪਰਾਲੀ ਵਾਲਾ ਜਿਹੜਾ ਇਸ਼ੂ ਆ, ਪੈਟਰੋਲ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਨੇ, ਇਹ ਮੋਟੇ ਰੂਪ ਸਾਡੀਆਂ ਮੰਗਾਂ ਸੀ, 5-6 ਮੰਗਾਂ ਸੀ। ਇਹ ਮੰਗਾਂ ਦੇ ਉੱਪਰ ਜਿਹੜਾ ਕੋਈ ਇਹਨਾਂ ਨੂੰ ਕੋਈ ਪਿੱਠ ਦਿਖਾਊਗਾ ਤਾਂ ਉਹ ਪ੍ਰਿੰਸੀਪਲ ਯੂਨਿਟੀ ਨੂੰ ਨੁਕਸਾਨ ਪਹੁੰਚਾ ਰਿਹਾ ਹੋਊਗਾ। ਜਿੱਥੋਂ ਤੱਕ ਇਸ ਦੀ ਇੰਡੀਪੈਂਡੈਂਸ ਹੈ ਉਹ ਇਸੇ ਗੱਲ 'ਚ ਹੈ ਵੀ ਇਹਨੂੰ ਪੋਲੀਟੀਕਲ ਪਾਰਟੀਆਂ ਜਾਂ ਇਹਦੇ ਏਜੰਡੇ ਨੂੰ ਕਿਸੇ ਹੋਰ ਪਾਸੇ ਹਾਈਜੈਕ ਨਹੀਂ ਹੋਣ ਦੇਣਾ, ਉਹ ਬਰਕਰਾਰ ਰੱਖਣੀ ਹੈਗੀ ਆ। ਤਾਂ ਉਹ ਜਿਹੜਾ ਇਸ ਨੂੰ ਇੱਧਰ ਉੱਧਰ ਕਰੂਗਾ ਉਹ ਇਸ ਘੋਲ ਦਾ ਨੁਕਸਾਨ ਕਰ ਰਿਹਾ ਹੋਊਗਾ, ਉਹ ਦੇਸ਼ ਦੇ ਕਿਸਾਨ ਘੋਲ ਨੂੰ ਨੁਕਸਾਨਜਾ ਪਹੁੰਚਾ ਰਿਹਾ ਹੋਊਗਾ। ਕੁਝ ਲੋਕ ਤੁਹਾਨੂੰ ਲੱਗਦਾ ਹੈ ਵੀ ਆਪਣਾ ਸਿਆਸੀ ਮੁਫਾਦ ਲੈ ਕੇ ਵੀ ਇਸ ਘੋਲ ਦੇ ਵਿੱਚ ਸ਼ਾਮਲ ਹੋਏ ਸੀ? ਦੇਖੋ ਇੱਕ ਐਜੀਟੇਸ਼ਨ ਆ, ਬਾਹਰਮੁਖੀ ਤੌਰ ਤੇ ਸੱਚ ਹੈ, ਤੇ ਬਹੁਤ ਸਾਰੀਆਂ ਤਾਕਤਾਂ ਨੇ ਆਪਣਾ ਰੋਲ ਨਿਭਾਉਣੀਆਂ ਗਿਆ, ਉਹਨਾਂ ਨੇ ਕਰਨਾ ਆ। ਇਹ ਤਾਂ ਲੋਕਾਂ ਨੂੰ ਪਛਾਣਨਾ ਪਊਗਾ ਔਰ ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਜਾਬਤੇ ਨਾਲ ਰਹਿ ਕੇ ਤੁਰਨਾ ਪਊਗਾ, ਤਾਂ ਹੀ ਸਫਲਤਾ ਨਾਲ ਅੱਗੇ ਵਧਿਆ ਜਾ ਸਕਦਾ ਹੈ। ਜੇ ਉਹ ਇੱਧਰ ਉੱਧਰ ਭਟਕਣਗੇ ਤਾਂ ਆਪਣਾ ਹੀ ਲੜਾਈ ਹੋਰ ਵੀ ਲੰਮੀ ਹੋਊਗੀ ਤੇ ਹਰਜਾ ਵੀ ਹੋਊਗਾ। ਮੇਰਾ ਆਖਰੀ ਸਵਾਲ, ਇੱਕ ਤਾਜ਼ਾ ਨੋਟਿਸ ਸਾਹਮਣੇ ਆਇਆ, ਦਿੱਲੀ ਪੁਲਿਸ ਨੇ ਨੋਟਿਸ ਘੱਲਿਆ ਹੈ ਪੰਜਾਬ ਦੇ ਵਿੱਚ, ਮੇਰੇ ਖਿਆਲ 'ਚ ਕੁਰਾਲੀ ਵਾਲੇ ਪਾਸੇ ਕਿਸੇ ਪਿੰਡ ਵਿੱਚ 3 ਭਰਾਵਾਂ ਨੂੰ ਭੇਜਿਆ ਗਿਆ ਨੋਟਿਸ ਅਤੇ ਉਹਨਾਂ ਨੂੰ ਉੱਥੇ ਹਾਜ਼ਰ ਹੋਣ ਲਈ ਕਿਹਾ ਗਿਆ, ਜਿਨ੍ਹਾਂ ਵਿੱਚ ਸਭ ਤੋਂ ਵੱਡੇ ਜਿਹੜੇ ਭਰਾ ਨੇ ਮੇਰੇ ਖਿਆਲ ਜਗੀਰ ਸਿੰਘ ਜੀ, ਜਾਂ ਉਹ ਇਸ ਦੁਨੀਆ ਦੇ ਵਿੱਚ ਵੀ ਹੈ ਨਹੀਂ, ਅਤੇ ਉਹਨਾਂ ਨੂੰ ਵੀ ਨੋਟਿਸ ਘੱਲਿਆ ਗਿਆ। ਇੱਦਾਂ ਦੀਆਂ ਬਹੁਤ ਸਾਰੇ ਗੜਬੜ ਝਾਲੇ ਨੇ। 19,000 ਫੁਟੇਜ ਨੇ, ਉਹਦੇ ਵਿੱਚ ਉਹਨਾਂ ਤੋਂ ਬਹੁਤ ਸਾਰੀਆਂ ਗਲਤੀਆਂ ਹੋਣੀਆਂ, ਇਸੇ ਕਰਕੇ ਸ਼ਾਇਦ ਹੁਣ ਉਹ ਨੋਟਿਸ ਦੇਣੇ ਬੰਦ ਕਰ ਗਏ, ਕਿਉਂਕਿ ਇੱਕ ਤਾਂ ਐਂਟੀਸਪੇਟਰੀ ਹੋ ਗਏ, ਇੱਕ ਪ੍ਰੋਟੈਸਟ ਹੋ ਗਏ। ਇਸ ਕਰਕੇ ਉਹਨਾਂ ਨੂੰ ਸਮਝ ਆ ਗਈ ਵੀ ਸਾਰੀ ਕਹਾਣੀ ਉਲਟੀ ਹੋਈ ਪੈਣੀ ਆ, ਅਤੇ ਇਹ ਉਲਟੀ ਪੈ ਰਹੀ ਆ ਉਹਨਾਂ ਨੂੰ। ਉਹਦੇ 'ਚ ਮਤਲਬ ਮੈਂ ਇੱਕ ਮਜ਼ੇਦਾਰ ਕਿੱਸਾ ਸੁਣਾ ਸਕਦਾ ਕਿ 307 ਦਾ ਪਾਇਆ ਹੀ ਕੇਸ, ਇਰਾਦਾ ਕਤਲ ਦਾ ਕੇਸ ਹੈ ਨਾ, ਅਤੇ ਇਹਦੇ 'ਚ ਜਦੋਂ ਬੇਲ ਐਪਲੀਕੇਸ਼ਨ 'ਤੇ ਸਵਾਲ ਆਇਆ ਤਾਂ ਜੱਜ ਸਾਹਿਬ ਨੇ ਆਈਓ ਨੂੰ ਪੁੱਛ ਲਿਆ ਵੀ ਕੀ ਇੰਜਰੀ ਕੀ ਆ, ਉਹ ਕਹਿੰਦਾ ਜੀ ਗਰੀਵੀਅਸ ਇੰਜਰੀ ਸੀ, ਅਤੇ ਵਕੀਲ ਸਾਹਿਬ ਨੇ ਆਪਣੇ ਨੇ ਕਿਹਾ ਵੀ ਮੈਡੀਕਲ ਰਿਪੋਰਟ ਤਾਂ ਨਾਲ ਲਾਈ ਨਹੀਂ ਹੋਈ। ਠੀਕ ਹੈ, ਗਰੀਵੀਅਸ ਹੋਵੇ ਤਾਂ ਮੈਡੀਕਲ ਰਿਕਾਰਡ ਤਾਂ ਨਾਲ ਹੋਵੇ। ਜਦੋਂ ਉਹ ਨਹੀਂ ਸੀਗਾ ਤਾਂ ਜੱਜ ਸਾਹਿਬ ਨੇ ਉਹਦੇ ਤੋਂ ਆਪਣਾ ਜਿਹੜਾ ਰਿਕਾਰਡ ਸੀਗਾ ਉਹ ਮੰਗ ਲਿਆ ਵੀ ਦਿਖਾ ਕੀ ਹੈ, ਤਾਂ ਉਹਦਾ ਜਿਹੜਾ ਪੁਲਿਸ ਦਾ ਜਿਹੜਾ ਰਿਕਾਰਡ ਸੀਗਾ ਉਹਦੇ 'ਚ ਉਹ ਸਿੰਪਲ ਇੰਜਰੀ ਸੀ। ਤਾਂ ਫਿਰ ਉਹਨੂੰ ਸਵਾਲ ਜੱਜ ਸਾਹਿਬ ਨੇ ਕੀਤਾ ਵੀ ਤੂੰ ਹੌਸਪੀਟਲ ਕਿੰਨਾ ਚਿਰ ਰਿਹਾ, ਕਹਿੰਦਾ ਜੀ 2 ਘੰਟੇ। ਅਤੇ ਕਹਿੰਦੇ ਫਿਰ 2 ਘੰਟੇ 'ਚ ਗਰੀਵੀਅਸ ਇੰਜਰੀ ਵਾਲਾ ਬੰਦਾ 2 ਘੰਟੇ ਨਹੀਂ ਰਹਿੰਦਾ। ਇਸ ਤਰ੍ਹਾਂ ਦੇ ਬਹੁਤ ਸਾਰੇ ਝੂਠ ਐਕਸਪੋਜ਼ ਹੋਏ ਨੇ, ਅਤੇ ਉਹਦੇ 'ਚ ਉਹਨਾਂ ਨੇ ਕਮਿਸ਼ਨਰ ਆਫ ਪੁਲਿਸ ਨੂੰ ਵੀ ਇਹੀ ਕਿਹਾ ਕਿ ਇਹ ਜਿਹੀਆਂ ਇਰੈਗੂਲੈਰਿਟੀਜ਼ ਕਰਨ ਵਾਲੇ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਕਰੋ। ਅਸੀਂ ਹਲੇ ਬੇਲ ਕਰਾ ਲਈਏ ਸਾਰਿਆਂ ਦੀ, ਫਿਰ ਅਸੀਂ ਇੱਦਾਂ ਦੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਪਾਵਾਂਗੇ, ਛੱਡ ਦੇਣੀਆਂ ਹੀ ਉਹਨਾਂ ਨੂੰ। ਇਸ ਵਾਰ ਜਿਨ੍ਹਾਂ ਨੇ ਮਤਲਬ ਕੇਸ ਪਾਏ ਨੇ, ਮਤਲਬ ਕਿ ਜਿਹੜੇ ਬਜ਼ੁਰਗ 31 ਦਸੰਬਰ 2020 ਨੂੰ ਮੈਂ ਕਹਾਂਗਾ ਕਿ ਸਵਰਗ ਸਿਧਾਰ ਗਏ ਹੈ, ਉਹਨਾਂ ਨੂੰ ਇਹ 26 ਤਰੀਕ ਦੀ ਘਟਨਾ ਦੇ ਲਈ ਨੋਟਿਸ ਘੱਲ ਰਹੇ ਨੇ। ਦੱਸੋ ਇੰਨਾ ਮਤਲਬ ਕਿ ਕਿਹੜੇ ਸਿਸਟਮ 'ਚੋਂ ਇਹ ਕੱਢਦੇ ਹੋਣਗੇ, ਇਹ ਡਾਟਾ ਕੱਢਦੇ ਕਿੱਥੋਂ ਹੈ? ਇਹ ਪੁਲਿਸ ਨੇ ਗਲਤ ਐਡਰੈਸ 'ਤੇ ਭੇਜਤਾ, ਉਹਨਾਂ ਨੂੰ ਇਸ ਨੂੰ ਧਰਮਰਾਜ ਕੋਲੇ ਭੇਜਣਾ ਚਾਹੀਦਾ ਸੀਗਾ। ਠੀਕ ਹੈ, ਇਹ ਮਜ਼ਾਕ ਹੈ, ਇਹ ਨਿਆਂ ਦਾ ਮਜ਼ਾਕ ਹੈ। ਦਿੱਲੀ ਪੁਲਿਸ ਇਹੀ ਕੁਛ ਕਰ ਰਹੀ ਆ ਔਰ ਪੁਲਿਸ ਗਵਰਨਮੈਂਟ ਦੇ ਡਾਇਰੈਕਸ਼ਨ ਹੇਠ ਕੰਮ ਕਰ ਰਹੀ ਹੈ। ਭਾਜਪਾ ਅਸਲ 'ਚ ਐਕਸਪੋਜ਼ ਹੈ। ਭਾਜਪਾ ਇਸ ਮਾਮਲੇ 'ਚ ਦੇਸ਼ ਦੇ ਲੋਕਾਂ ਨਾਲ ਧਰੋਕ ਮਾਰ ਰਹੀ ਹੈ। ਉਹ ਆਪਣੀ ਜਿੱਦ ਪੁਕਾ ਰਹੀ ਹੈ, ਹਿੰਡ ਪੁਕਾ ਰਹੀ ਹੈ ਕਾਰਪੋਰੇਟ ਦੇ ਹੱਕ 'ਚ, ਔਰ ਉਸ ਨੂੰ ਇੰਟਰਨੈਸ਼ਨਲ ਬਹੁਕੌਮੀ ਕੰਪਨੀਆਂ ਅਤੇ ਦੇਸ਼ ਦੇ 2-4 ਕਾਰਪੋਰੇਟਾਂ ਤੋਂ ਇਲਾਵਾ ਹੋਰ ਕੁਛ ਨਹੀਂ ਨਜ਼ਰ ਆਉਂਦਾ। ਦੇਸ਼ ਨੂੰ ਬਲੀ ਦੇ ਬੂਥੇ ਦੇ ਰਹੀ ਹੈ ਔਰ ਇਹਦੀ ਉਹਨੂੰ ਸਿਆਸੀ ਕੀਮਤ ਚੁਕਾਉਣੀ ਪਊਗੀ। ਬਿਲਕੁਲ, ਸਰ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤਾਂ ਸਰ ਨੇ ਐਡਵੋਕੇਟ ਰਮਿੰਦਰ ਸਿੰਘ ਜੀ, ਜਿਨ੍ਹਾਂ ਨੇ ਕਿਹਾ ਵੀ ਸਰਕਾਰ ਨੂੰ, ਯਾਨੀ ਕੇਂਦਰ ਸਰਕਾਰ ਨੂੰ ਆਪਣੇ ਕੀਤੇ ਦੀ, ਜਾਂ ਦਿੱਲੀ ਪੁਲਿਸ ਨੂੰ ਆਪਣੇ ਕੀਤੇ ਦੀ, ਆਪਣੇ ਕਾਰਨਾਮਿਆਂ ਦੀ, ਆਪਣੀਆਂ ਕਰਤੂਤਾਂ ਦੀ ਕੀਮਤ ਚੁਕਾਉਣੀ ਪਏਗੀ। ਦਿੱਲੀ ਪੁਲਿਸ ਨੂੰ ਸ਼ਾਇਦ ਕਾਨੂੰਨੀ ਤੌਰ 'ਤੇ, ਅਤੇ ਜਿਹੜੀ ਸਰਕਾਰ ਹੈ ਉਸ ਨੂੰ ਲੋਕਤਾਂਤਰਿਕ ਰੂਪ ਦੇ ਵਿੱਚ ਇਸ ਦੀ ਕੀਮਤ ਜ਼ਰੂਰ ਚੁਕਾਉਣੀ ਪਏਗੀ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।